ਪੰਜਾਬ ਸਕੂਲ ਸਿੱਖਿਆ ਬੋਰਡ ਦੀ 9ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਦਾ ਮੈਡਮ ਕਵਲਜੀਤ ਕੌਰ ਦੀ ਜਮਾਤ ਵਿੱਚ ਅੱਜ ਫਿਰ ਤੋਂ ਇੱਕ ਸਵਾਗਤ ਹੈ। ਅੱਜ ਅਸੀਂ ਤੁਹਾਡੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਜੀ ਦੀ ਕਵਿਤਾ ਟੁਕੜੀ ਜਗ ਤੋਂ ਨਿਆਰੀ ਪੜ੍ਹਾਂਗੇ, ਜਿਸ ਵਿੱਚ ਭਾਈ ਸਾਹਿਬ ਨੇ ਕਸ਼ਮੀਰ ਦੀ ਰਚਨਾ ਬਾਰੇ ਗੱਲ ਕੀਤੀ ਹੈ। ਵਿਦਿਆਰਥੀਓ, ਇਸ ਕਵਿਤਾ ਨੂੰ ਬੜੇ ਧਿਆਨ ਨਾਲ ਸੁਣਨਾ। ਅਸੀਂ ਹਰ ਕਾਵਬੰਦ ਦੀ ਨਾਲ ਪ੍ਰਸੰਗ ਸਹਿਤ ਵਿਆਖਿਆ ਕਰਦੇ ਜਾਵਾਂਗੇ। ਪਹਿਲਾ ਕਾਵ ਟੋਟਾ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ, ਹੁਸਨ ਮੰਡਲ ਵਿੱਚ ਖੜੀ ਖੇਡਦੀ ਖੁਸ਼ੀਆਂ ਸ਼ੈਬਰ ਲਾਈ। ਇਸ ਕਾਵ ਟੋਟੇ ਵਿੱਚ ਕਵੀ ਕਹਿੰਦਾ ਹੈ, ਅਰਸ਼ਾਂ ਭਾਵ ਅਸਮਾਨਾਂ, ਕੁਦਰਤ ਦੇਵੀ ਕੁਦਰਤ ਦੀ ਦੇਵੀ। ਕਵੀ ਕਹਿੰਦਾ ਕਿ ਸਾਨੂੰ ਅਸਮਾਨਾਂ ਦੇ ਵਿੱਚ ਕੁਦਰਤ ਦੀ ਦੇਵੀ ਜਿਹੜੀ ਸੀ ਉਹ ਨਜ਼ਰ ਆਈ, ਹੁਸਨ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਸ਼ੈਬਰ ਲਾਈ। ਹੁਸਨ ਮੰਡਲ ਭਾਵ ਆਲੇ ਦੁਆਲੇ ਦੀ ਖੂਬਸੂਰਤੀ, ਆਕਾਸ਼ ਦੀ ਖੂਬਸੂਰਤੀ ਵਿੱਚ ਖੇਡਦੀ ਹੋਈ ਉਹ ਖੇਡਦੀ ਪਈ ਸੀ ਅਤੇ ਉਸ ਦੇ ਅਸਮਾਨ ਦੇ ਵਿੱਚ ਚਾਰੇ ਪਾਸੇ ਖੁਸ਼ੀਆਂ ਨੇ ਆਪਣੀ ਰੌਣਕ ਲਾਈ ਹੋਈ ਸੀ। ਸ਼ੈਬਰ ਭਾਵ ਵਰਖਾ, ਖੁਸ਼ੀਆਂ ਦੀ ਵਰਖਾ ਹੋ ਰਹੀ ਸੀ। ਅਸੀਂ ਹੁਣ ਇਸ ਕਾਵ ਟੋਟੇ ਦੀ ਨਾਲ ਹੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਜਿਵੇਂ ਕਿ ਤੁਹਾਨੂੰ ਮੈਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦੱਸਿਆ ਕਿ ਤੁਸੀਂ ਪੂਰਾ ਕਾਵ ਟੋਟਾ ਨਹੀਂ ਲਿਖਣਾ। ਪਹਿਲੇ ਕਾਵ ਟੋਟੇ ਦੇ ਪਹਿਲੇ 2-3 ਅੱਖਰ, ਫਿਰ ਡੈਸ਼ ਡੈਸ਼ ਡੈਸ਼, ਫਿਰ ਆਖਰੀ 2-3 ਅੱਖਰ ਸ਼ੈਬਰ ਲਾਈ। ਮੈਂ ਇੱਥੇ ਤੁਹਾਡਾ ਅਰਸ਼ਾਂ ਦੇ ਵਿੱਚ ਡੈਸ਼ 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 ਅਤੇ ਸ਼ਹਿਬਰ ਲਾਈ ਲਿਖਿਆ ਹੋਇਆ ਹੈ। ਤੁਸੀਂ ਬੱਚੇ ਇਸ 4 ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਸੀ ਪ੍ਰਸੰਗ ਦੇ ਵਿੱਚ ਲਿਖਣ ਲਈ ਬਹੁਤ ਮਹੱਤਵਪੂਰਨ ਨੇ। ਪਹਿਲੀ, ਪੁਸਤਕ ਦਾ ਨਾਂ, ਕਵੀ ਦਾ ਨਾਂ, ਕਵਿਤਾ ਦਾ ਨਾਂ ਅਤੇ ਉਸ ਕਾਵ ਟੋਟੇ ਵਿੱਚ ਕਵੀ ਨੇ ਕਿਸ ਦੀ ਗੱਲ ਕੀਤੀ ਹੈ। ਤੁਸੀਂ ਪ੍ਰਸੰਗ ਲਿਖਣ ਲੱਗੇ ਇਸ ਤਰ੍ਹਾਂ ਲਿਖੋਗੇ, ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਜੀ ਦੀ ਰਚਨਾ ਟੁਕੜੀ ਜਗ ਤੋਂ ਨਿਆਰੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਕਸ਼ਮੀਰ ਦੀ ਸੁੰਦਰਤਾ ਵਿੱਚ ਅਰਸ਼ੀ ਸੁੰਦਰਤਾ ਦਾ ਝਲਕਾਰਾ ਦੇਖਦਾ ਹੈ। ਅਰਸ਼ੀ ਸੁੰਦਰਤਾ ਭਾਵ ਅਸਮਾਨੀ ਸੁੰਦਰਤਾ ਦਾ ਝਲਕਾਰਾ ਵੇਖਦਾ ਹੈ। ਹੁਣ ਅਸੀਂ ਇਸ ਦੀ ਵਿਆਖਿਆ ਕਰ ਲੈਂਦੇ ਹਾਂ। ਇਹਨਾਂ ਕਾਵ ਸਤਰਾਂ ਵਿੱਚ ਕਵੀ ਲਿਖਦਾ ਹੈ ਕਿ ਮੈਨੂੰ ਅਸਮਾਨਾਂ ਵਿੱਚ ਕੁਦਰਤ ਦੀ ਦੇਵੀ ਦਿਖਾਈ ਦਿੱਤੀ। ਉਹ ਆਕਾਸ਼ ਦੀ ਆਸ-ਪਾਸ ਦੀ ਸੁੰਦਰਤਾ ਵਿੱਚ ਖੇਡ ਰਹੀ ਸੀ ਅਤੇ ਉਸਨੇ ਖੁਸ਼ੀਆਂ ਦੀ ਵਰਖਾ ਲਾਈ ਹੋਈ ਸੀ। ਇਸ ਤੋਂ ਬਾਅਦ ਅਸੀਂ ਵੱਧਦੇ ਹਾਂ ਇਸ ਕਵਿਤਾ ਦੇ ਦੂਸਰੇ ਕਾਵ ਟੋਟੇ ਵੱਲ। ਦੌੜੀ ਨੇ ਇੱਕ ਮੁੱਠ ਭਰ ਲੀਤੀ, ਇਸ ਵਿੱਚ ਕੀ ਆਇਆ, ਪਰਬਤ ਟਿੱਬੇ ਅਤੇ ਕਰੇਵੇਂ ਵਿੱਚ ਮੈਦਾਨ ਸੁਹਾਇਆ। ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ, ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਣ ਬਾਗਾਂ ਜਿਹੇ ਸੁੰਦਰ। ਕਵੀ ਕਹਿੰਦਾ ਹੈ ਕਿ ਇਸ ਕੁਦਰਤ ਦੀ ਦੇਵੀ ਨੇ ਖੁਸ਼ੀਆਂ ਦੀ ਵਰਖਾ ਦੇ ਵਿੱਚ ਭੱਜੀ ਗਈ, ਦੌੜਦੀ ਨੇ ਇੱਕ ਮੁੱਠ ਭਰ ਲਈ ਔਰ ਉਸ ਦੀ ਮੁੱਠ ਵਿੱਚ ਕੀ ਕੁਛ ਆ ਗਿਆ। ਉਸ ਦੀ ਮੁੱਠ ਵਿੱਚ ਪਰਬਤ ਆਏ, ਟਿੱਬੇ ਆਏ, ਕਰੇਵੇਂ ਆਏ, ਕਰੇਵੇਂ ਭਾਵ ਕਰੜੇ ਪੱਥਰ। ਮੈਦਾਨ ਸੁਹਾਇਆ ਭਾਵ ਟਿੱਬਿਆਂ ਦੇ ਉੱਪਰ ਪੱਧਰੇ ਮੈਦਾਨ। ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ। ਇਹ ਸਾਰੇ ਪਾਣੀ ਦੇ ਸਰੋਤ ਜਿਹੜੇ ਇੰਝ ਲੱਗਦੇ ਪਏ ਨੇ ਜਿਵੇਂ ਛੋਟੇ ਛੋਟੇ ਸਮੁੰਦਰ ਹੋਣ। ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਜਿਹੇ ਸੁੰਦਰ। ਬਨ ਭਾਵ ਜੰਗਲ, ਜੰਗਲਾਂ ਦੀਆਂ ਜਿਹੜੀਆਂ ਠੰਡੀਆਂ ਛਾਵਾਂ ਅਤੇ ਉਹਨਾਂ ਵਿੱਚ ਵਗਣ ਵਾਲੀਆਂ ਮਿੱਠੀਆਂ ਹਵਾਵਾਂ ਉਹ ਬਾਗਾਂ ਵਰਗੀਆਂ ਸੁੰਦਰ ਲੱਗਦੇ ਹਨ। ਹੁਣ ਅਸੀਂ ਇਸ ਕਾਵ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਫਿਰ ਤੁਸੀਂ ਇਹਦਾ ਉਸੇ ਤਰ੍ਹਾਂ ਹੀ ਲਿਖੋਗੇ, ਦੌੜੀ ਨੇ ਇੱਕ ਡੈਸ਼ 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 ਜਿਹੇ ਸੁੰਦਰ। ਫਿਰ ਪ੍ਰਸੰਗ ਲਿਖਣ ਲੱਗਿਆ ਪਹਿਲਾ ਭਾਗ 1 ਵਾਲਾ ਹੀ ਤੁਸੀਂ ਲਿਖ ਲੈਣਾ। ਇਹ ਕਾਵ ਟੋਟਾ ਤੋਂ ਲੈ ਕੇ ਲਿਆ ਗਿਆ ਹੈ ਤੱਕ। ਇਹ ਕਾਵ ਟੋਟਾ ਸਾਡੀ ਸਾਹਿਤਮਾਲਾ ਪੁਸਤਕ ਤੋਂ ਲੈ ਕੇ ਬਾਅਦ ਵਿੱਚ ਤੁਸੀਂ ਇੱਥੋਂ ਤੱਕ ਕਿ ਟੁਕੜੀ ਜਗ ਤੋਂ ਨਿਆਰੀ ਤੱਕ ਉਹੀ ਲਿਖ ਲੈਣਾ। ਬਾਅਦ ਵਿੱਚ ਸਿਰਫ ਇਹਨਾਂ ਕਾਵ ਸਤਰਾਂ ਦਾ ਸਾਰੰਸ਼ ਲਿਖਣਾ ਹੁੰਦਾ ਹੈ। ਇਹਨਾਂ ਕਾਵ ਸਤਰਾਂ ਵਿੱਚ ਕੁਦਰਤ ਦੇਵੀ ਦੁਆਰਾ ਕਸ਼ਮੀਰ ਦੀ ਸਿਰਜਣਾ ਕਰਨ ਦਾ ਵਰਣਨ ਹੈ ਕਿ ਕਿਸ ਤਰ੍ਹਾਂ ਉਸਨੇ ਸਿਰਜਣਾ ਕੀਤੀ। ਵਿਆਖਿਆ ਵਿੱਚ ਅਸੀਂ ਲਿਖਾਂਗੇ, ਕਵੀ ਦੱਸਦਾ ਹੈ ਕਿ ਕੁਦਰਤ ਦੇਵੀ ਨੇ ਦੌੜ ਕੇ ਹੁਸਨ ਮੰਡਲ ਭਾਵ ਆਕਾਸ਼ ਦੀ ਆਸ-ਪਾਸ ਦੀ ਸੁੰਦਰਤਾ ਵਿੱਚੋਂ ਇੱਕ ਮੁੱਠ ਭਰ ਲਈ। ਇਸ ਮੁੱਠ ਵਿੱਚ ਕੀ ਸੀ? ਇਸ ਵਿੱਚ ਪਰਬਤ, ਟਿੱਬੇ, ਕਰੇਵੇਂ
सोहने मैदान, चश्मे, नाले, नदियां, निक्के समुंदरां वर्गियां झीलां, ठंडियां छावां, मिठियां हवावां, बागां वर्गे सोहणे जंगल ਹਨ। ਇਸ ਤੋਂ ਬਾਅਦ ਅਸੀਂ ਤੀਸਰੇ ਕਾਵਿ ਟੋਟੇ ਵੱਲ ਚੱਲਦੇ ਹਾਂ। ਬਰਫਾਂ, ਮੀਂਹ, ਧੁੱਪਾਂ ਤੇ ਬੱਦਲ, ਰੁੱਤਾਂ, ਮੇਵੇ ਪਿਆਰੇ, ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ। ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ, ਇਹ ਮੁੱਠੀ ਖੋਲੀ ਤੇ ਸੁੱਟਿਆ ਸਭ ਕੁਛ ਹੇਠ ਤਕਾ ਕੇ। ਕਹਿੰਦੇ ਇਸ ਤੋਂ ਇਲਾਵਾ ਉਸ ਦੀ ਮੁੱਠ ਵਿੱਚ ਬਰਫਾਂ ਆਈਆਂ, ਕਸ਼ਮੀਰ ਦੀ ਬਰਫ ਆਈ, ਮੀਂਹ ਆਈ, ਧੁੱਪਾਂ ਤੇ ਬੱਦਲ ਤੇ ਰੁੱਤਾਂ ਮੇਵਿਆਂ ਦੇ ਰੂਪ ਵਿੱਚ ਪਿਆਰੀਆਂ ਰੁੱਤਾਂ ਆਈਆਂ। ਅਰਸ਼ੀ ਨਾਲ ਨਜ਼ਾਰੇ ਆਏ, ਅਰਸ਼ਾਂ ਦੇ ਨਜ਼ਾਰੇ, ਅਸਮਾਨਾਂ ਦੇ ਨਜ਼ਾਰੇ ਜਿਹੜੇ ਸੀ ਉਸ ਦੀ ਮੁੱਠੀ ਵਿੱਚ ਕੈਦ ਹੋ ਗਏ। ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ, ਸੋਹਣੀ ਭਾਵ ਕੁਦਰਤ ਦੀ ਦੇਵੀ ਨੇ ਅਸਮਾਨ ਵਿੱਚ ਖੜੀ ਹੋ ਕੇ ਧਰਤੀ ਵੱਲ ਤੱਕ ਕੇ ਇਹ ਮੁੱਠੀ ਖੋਲ੍ਹੀ, ਇਸ ਮੁੱਠੀ ਨੂੰ ਖੋਲ੍ਹਿਆ ਅਤੇ ਸੁੱਟਿਆ, ਹੇਠਾਂ ਸੁੱਟ ਦਿੱਤਾ। ਸੁੱਟਿਆ ਸਭ ਕੁਛ ਹੇਠ ਤਕਾ ਕੇ, ਨੀਚੇ ਵੇਖ ਕੇ, ਜ਼ਮੀਨ 'ਤੇ ਵੇਖ ਕੇ ਉਸਨੇ ਇਸ ਨੂੰ ਹੇਠਾਂ ਸੁੱਟ ਦਿੱਤਾ। ਹੁਣ ਅਸੀਂ ਇਸ ਕਾਵਿ ਟੋਟੇ ਦੀ ਪ੍ਰਸੰਗ ਵਿਆਖਿਆ ਕਰਾਂਗੇ। ਉਸੇ ਤਰ੍ਹਾਂ ਹੀ ਬਰਫਾਂ, ਮੀਂਹ ਡੈਸ਼ 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 ਹੇਠ ਤਕਾ ਕੇ ਤੱਕ। ਉਸ ਤੋਂ ਬਾਅਦ ਤੁਸੀਂ ਪ੍ਰਸੰਗ ਵਿੱਚ ਭਾਗ 1 ਵਾਲਾ ਹੀ ਦੁਬਾਰਾ ਲਿਖਣਾ ਹੈ ਅਤੇ ਆਖਰੀ ਜਿਹੜੀ ਪੰਕਤੀ ਆ ਉਹ ਕਵਿਤਾ ਦੇ ਮੁਤਾਬਕ, ਕਵਿਤਾ ਦੇ ਕਾਵਿਬੰਧ ਮੁਤਾਬਕ ਬਦਲਣੀ ਹੁੰਦੀ ਹੈ, ਉਸ ਨੂੰ ਅਸੀਂ ਲਿਖਾਂਗੇ। ਇਸ ਵਿੱਚ ਕੁਦਰਤ ਦੇਵੀ ਵੱਲੋਂ ਮੁੱਠੀ ਵਿੱਚ ਕਸ਼ਮੀਰ ਦੀ ਸਿਰਜਣਾ ਲਈ ਕੀ ਕੁਝ ਭਰਿਆ ਹੈ ਦਾ ਵਰਣਨ ਕੀਤਾ ਗਿਆ ਹੈ। ਹੁਣ ਅਸੀਂ ਇਸ ਦੀ ਵਿਆਖਿਆ ਕਰਾਂਗੇ। ਇਸ ਕਾਵਿ ਟੋਟੇ ਵਿੱਚ ਕਵੀ ਦੱਸਦਾ ਹੈ ਕਿ ਕੁਦਰਤ ਦੇਵੀ ਦੀ ਮੁੱਠੀ ਵਿੱਚ ਬਰਫਾਂ, ਮੀਂਹ, ਧੁੱਪਾਂ, ਬੱਦਲ, ਰੁੱਤਾਂ ਦਾ ਪਿਆਰੇ ਮੇਵੇ ਹਨ। ਕਵੀ ਨੂੰ ਕੁਦਰਤ ਦੇਵੀ ਦੀ ਮੁੱਠੀ ਵਿੱਚ ਅਰਸ਼ਾਂ ਦੇ ਨਜ਼ਾਰੇ ਨਜ਼ਰ ਆਏ। ਸੋਹਣੀ ਮੁਟਿਆਰ ਬਣੀ ਕੁਦਰਤ ਨੇ ਅਸਮਾਨ ਵਿੱਚ ਖੜੀ ਹੋ ਕੇ ਧਰਤੀ ਵੱਲ ਤੱਕਿਆ। ਉਸਨੇ ਹੇਠਾਂ ਵੱਲ ਦੇਖ ਕੇ ਇਹ ਮੁੱਠ ਖੋਲ੍ਹੀ ਜਿਸ ਵਿੱਚ ਉਸਨੇ ਹੁਸਨ ਮੰਡਲ ਵਿੱਚੋਂ ਕੁਦਰਤੀ ਨਜ਼ਾਰੇ ਭਰੇ ਹਨ, ਉਸ ਨੂੰ ਧਰਤੀ 'ਤੇ ਸੁੱਟ ਦਿੱਤਾ। ਹੁਣ ਇਸ ਕਵਿਤਾ ਦਾ ਆਖਰੀ ਕਾਵਿ ਟੋਟਾ। ਜਿਸ ਥਾਵੇਂ ਧਰਤੀ 'ਤੇ ਆ ਕੇ ਇਹ ਮੁੱਠ ਡਿੱਗੀ ਸਾਰੀ, ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ। ਹੈ ਧਰਤੀ ਪਰ ਸ਼ੋ ਅਸਮਾਨੀ, ਸੁੰਦਰਤਾ ਵਿੱਚ ਲਿਸ਼ਕੇ, ਧਰਤੀ ਦੇ ਰਸ ਸਵਾਦ ਨਜ਼ਾਰੇ, ਰਮਜ਼ ਅਰਸ਼ ਦੀ ਚਮਕੀ। ਇਸ ਕਾਵਿ ਟੋਟੇ ਵਿੱਚ ਕਵੀ ਕਹਿੰਦਾ ਹੈ ਕਿ ਜਿਸ ਥਾਂ 'ਤੇ ਕੁਦਰਤ ਦੇਵੀ ਦੀ ਇਹ ਮੁੱਠ ਡਿੱਗੀ ਉਸ ਥਾਂ 'ਤੇ ਆ ਕੇ ਕਸ਼ਮੀਰ ਬਣ ਗਿਆ ਔਰ ਇਹ ਸਾਰੀ ਹੀ ਦੁਨੀਆ ਤੋਂ ਨਿਆਰੀ ਅਲੱਗ ਅਨੋਖੀ ਟੁਕੜੀ ਜਿਹੜੀ ਆ ਉਹ ਪੈਦਾ ਹੋ ਗਈ। ਇਹ ਧਰਤੀ ਹੀ ਹੈ ਧਰਤੀ ਪਰ ਸ਼ੋ ਅਸਮਾਨੀ। ਇਹ ਕਸ਼ਮੀਰ ਦੀ ਹੈ ਤਾਂ ਧਰਤੀ, ਪਰ ਇਸ ਨੂੰ ਅਸਮਾਨਾਂ ਦੀ ਸ਼ੋਹ ਹੈ। ਸੁੰਦਰਤਾ ਵਿੱਚ ਲਿਸ਼ਕੇ, ਇਸ ਕਰਕੇ ਇਸ ਦੇ ਕਣ ਵਿੱਚ ਸੁੰਦਰਤਾ ਲਿਸ਼ਕਦੀ ਹੈ। ਧਰਤੀ ਦੇ ਰਸ ਸਵਾਦ ਨਜ਼ਾਰੇ, ਰਮਜ਼ ਅਰਸ਼ ਦੀ ਚਮਕੇ। ਸਾਰੀ ਧਰਤੀ ਦੇ ਰਸ ਨੇ, ਇਹਦੇ ਵਿੱਚ ਸਭ ਕੁਛ ਹੈ। ਇਸ ਦੇ ਵਿੱਚ ਪਰਬਤ ਨੇ, ਮੈਦਾਨ ਨੇ, ਚਸ਼ਮੇ ਨੇ, ਨਾਲੇ ਨੇ। ਬਹੁਤ ਖੂਬਸੂਰਤੀ ਦੀ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜੀ ਇੱਥੇ ਨਾ ਹੋਵੇ, ਪਰ ਇੱਕ ਚੀਜ਼ ਇਹਦੀ ਸਭ ਤੋਂ ਵੱਖਰੀ ਹੈ, ਉਹ ਹੈ ਰਮਜ਼ ਅਰਸ਼ ਦੀ ਚਮਕੇ। ਇਸ ਵਿੱਚ ਉਸ ਅਸਮਾਨ ਦੀ, ਆਕਾਸ਼ ਦੀ ਜਿਹੜੀ ਰਮਜ਼ ਆ ਉਹ ਚਸਕਦੀ ਪਈ ਹੈ, ਚੋਭ ਦਿੰਦੀ ਪਈ ਹੈ। ਹੁਣ ਅਸੀਂ ਇਸ ਦੀ ਵਿਆਖਿਆ ਕਰਾਂਗੇ। ਸ਼ੁਰੂਆਤ ਉਸੇ ਤਰ੍ਹਾਂ ਹੀ, ਜਿਸ ਥਾਵੇਂ ਡੈਸ਼ 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 ਵੀ ਚਮਕੇ। ਪ੍ਰਸੰਗ ਉਸੇ ਤਰ੍ਹਾਂ ਹੀ ਲਿਖਣਾ ਹੈ ਤੁਸੀਂ। ਇਹ ਕਾਵਿ ਟੋਟਾ ਤੋਂ ਲੈ ਕੇ ਲਿਆ ਗਿਆ ਹੈ ਤੱਕ ਪ੍ਰਸੰਗ ਭਾਗ 1 ਵਾਲਾ ਭਾਗ ਹੀ ਲਿਖੋਗੇ। ਇਸ ਤੋਂ ਬਾਅਦ ਅੱਗੇ ਲਿਖਣਾ ਹੈ। ਇਸ ਕਵਿਤਾ ਵਿੱਚ ਭਾਈ ਸਾਹਿਬ ਕਸ਼ਮੀਰ ਦੀ ਅਦਭੁਤ ਅਤੇ ਲਾਸਾਨੀ ਸੁੰਦਰਤਾ ਨੂੰ ਬਿਆਨ ਕਰਦੇ ਹਨ। ਭਾਈ ਸਾਹਿਬ ਦੱਸਦੇ ਹਨ ਕਿ ਕਸ਼ਮੀਰ ਜਿਹੀ ਸੁੰਦਰ ਧਰਤੀ ਨੂੰ ਅਰਸ਼ੀ ਸੁੰਦਰਤਾ ਦੀ ਛੋਹ ਪ੍ਰਾਪਤ ਹੈ। ਵਿਆਖਿਆ ਕਰ ਲੈਂਦੇ ਹਾਂ। ਭਾਈ ਸਾਹਿਬ ਦੱਸਦੇ ਹਨ ਕਿ ਧਰਤੀ ਉੱਤੇ ਜਿਸ ਥਾਂ ਆ ਕੇ ਇਹ ਸਾਰੀ ਮੁੱਠ ਡਿੱਗੀ ਉੱਥੇ ਕਸ਼ਮੀਰ ਬਣ ਗਿਆ, ਜੋ ਕਿ ਸਭ ਜੱਗ ਵਿੱਚ ਸਭ ਤੋਂ ਨਿਆਰੀ ਟੁਕੜੀ ਧਰਤੀ ਦੀ ਇੱਕ ਟੁਕੜੀ ਹੈ। ਕਵੀ ਕਹਿੰਦਾ ਹੈ ਕਿ ਕਸ਼ਮੀਰ ਭਾਵੇਂ ਧਰਤੀ ਦਾ ਇੱਕ ਟੁਕੜਾ ਹੀ ਹੈ, ਪਰ ਆਪਣੇ ਅਦੁੱਤੀ ਹੁਸਨ ਕਰਕੇ ਇਸ ਦੀ ਅਸਮਾਨੀ ਸ਼ੋਹ ਪ੍ਰਤੀਤ ਹੁੰਦੀ ਹੈ। ਇਸ ਵਿੱਚ ਅਰਸ਼ਾਂ ਦੀ ਸੁੰਦਰਤਾ ਲਿਸ਼ਕਦੀ ਹੈ। ਧਰਤੀ ਦੇ ਰਸ ਦੇ ਸਵਾਦ ਨਾਲ ਭਰੇ ਇਸ ਦੇ ਨਜ਼ਾਰਿਆਂ ਵਿੱਚੋਂ ਕਿਸੇ ਅਸਮਾਨੀ ਭੇਦ ਦਾ ਅਨੁਭਵ ਹੁੰਦਾ ਹੈ। ਭਾਵ ਕਸ਼ਮੀਰ ਦੀ ਸੁੰਦਰਤਾ ਅਦਭੁਤ ਹੈ, ਵਿਸਮਾਦਮਈ ਹੈ ਅਤੇ ਰੱਬੀ ਹੈ। ਹੁਣ ਅਸੀਂ ਇਸ ਦੀ ਕਰਾਂਗੇ ਕੇਂਦਰੀ ਭਾਵ। ਇਸ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ। ਟੁਕੜੀ ਜਗ ਤੋਂ ਨਿਆਰੀ ਕਵਿਤਾ ਵਿੱਚ
ਕਵੀ ਦੱਸਦਾ ਹੈ ਕਿ ਕਸ਼ਮੀਰ ਦੀ ਅਦਭੁਤ ਕੁਦਰਤੀ ਨਜ਼ਾਰਿਆਂ ਨਾਲ ਭਰੀ ਧਰਤੀ ਦਾ ਨਿਰਮਾਣ ਕੁਦਰਤ ਦੀ ਦੇਵੀ ਨੇ ਆਪ ਕੀਤਾ ਹੈ ਅਤੇ ਇਸ ਧਰਤੀ ਨੂੰ ਕੋਈ ਅਸਮਾਨੀ ਛੋਹ ਪ੍ਰਾਪਤ ਹੈ। ਇਸ ਦੇ ਨਾਲ ਹੀ ਬੱਚੇ ਇਸ ਦੀ ਇੱਕ ਅਸਾਈਨਮੈਂਟ ਹੈ ਜੋ ਜਿਸ ਨਾਲ ਸੰਬੰਧਿਤ ਤੁਹਾਨੂੰ 1 ਅੰਕ ਦੇ ਪ੍ਰਸ਼ਨ ਪੇਪਰ ਵਿੱਚ ਪੁੱਛੇ ਜਾ ਸਕਦੇ ਹਨ। ਇਹ ਪ੍ਰਸ਼ਨ ਤੁਸੀਂ ਵਿਆਖਿਆ ਨੂੰ ਸੁਣ ਕੇ ਕਵਿਤਾ ਨੂੰ ਜੋ ਵੀ ਵੀਡੀਓ ਵਿੱਚ ਸਮਝਾਇਆ ਗਿਆ ਹੈ ਉਸਨੂੰ ਧਿਆਨ ਨਾਲ ਸੁਣ ਕੇ ਇਹਨਾਂ ਦੇ ਉੱਤਰ ਦੇਣੇ ਹਨ। ਟੁਕੜੀ ਜਗ ਤੋਂ ਨਿਆਰੀ ਕਵਿਤਾ ਦੇ ਕਵੀ ਦਾ ਨਾਂ ਦੱਸੋ। ਦੂਸਰਾ ਪ੍ਰਸ਼ਨ, ਕਵੀ ਨੂੰ ਅਰਸ਼ਾਂ ਵਿੱਚ ਕੀ ਨਜ਼ਰ ਆਇਆ। ਅਰਸ਼ਾਂ ਭਾਵ ਅਸਮਾਨਾਂ। ਹੁਸਨ ਮੰਡਲ ਤੋਂ ਕੀ ਭਾਵ ਹੈ। ਅਰਸ਼ਾਂ ਵਿੱਚ ਕਿਸ ਚੀਜ਼ ਦੀ ਵਰਖਾ ਹੋ ਰਹੀ ਹੈ। ਕੁਦਰਤ ਨੇ ਦੌੜ ਕੇ ਕਾਹਦੀ ਮੁੱਠ ਭਰੀ ਹੈ। ਕੁਦਰਤ ਦੀ ਦੇਵੀ ਦੀ ਮੁੱਠ ਵਿੱਚ ਕੀ ਕੁਝ ਆਇਆ ਹੈ। ਕੁਦਰਤ ਦੀ ਦੇਵੀ ਨੇ ਧਰਤੀ ਵੱਲ ਤੱਕ ਕੇ ਕੀ ਖੋਲ੍ਹਿਆ ਹੈ। ਤੱਕ ਕੇ ਭਾਵ ਦੇਖ ਕੇ। ਕੁਦਰਤ ਦੀ ਦੇਵੀ ਦੀ ਮੁੱਠ ਜਿੱਥੇ ਡਿੱਗੀ ਉੱਥੇ ਕੀ ਬਣ ਗਿਆ। ਕਸ਼ਮੀਰ ਨੂੰ ਕਵੀ ਨੇ ਕਵਿਤਾ ਵਿੱਚ ਕੀ ਕਹਿ ਕੇ ਸੰਬੋਧਨ ਕੀਤਾ ਹੈ। ਕਸ਼ਮੀਰ ਨੂੰ ਕਾਹਦੀ ਛੋਹ ਪ੍ਰਾਪਤ ਹੈ। ਇਸ ਅਸਾਈਨਮੈਂਟ ਨੂੰ ਤੁਸੀਂ ਖੁਦ ਕਰਨਾ ਹੈ। ਜੇ ਕਿਸੇ ਪ੍ਰਸ਼ਨ ਦਾ ਉੱਤਰ ਸਮਝ ਨਾ ਆਵੇ ਤਾਂ ਤੁਸੀਂ ਉਸਨੂੰ ਕਮੈਂਟ ਬਾਕਸ ਵਿੱਚ ਜਾ ਕੇ ਉਸ ਸੰਬੰਧੀ ਪ੍ਰਸ਼ਨ ਤੁਸੀਂ ਪੁੱਛ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਕਵਿਤਾ ਸਮਝ ਆ ਗਈ ਹੋਵੇਗੀ। ਸਮਝ ਆ ਗਈ ਹੈ ਤਾਂ ਇਸ ਦੀ ਤਿਆਰੀ ਬਹੁਤ ਅੱਛੀ ਤਰ੍ਹਾਂ ਕਰਨੀ, ਕਿਉਂਕਿ ਕਵਿਤਾ ਭਾਗ ਵਿੱਚੋਂ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਕਿ 20 ਅੰਕਾਂ ਦੇ ਪ੍ਰਸ਼ਨ ਪੁੱਛੇ ਜਾਣਗੇ। 2 ਪ੍ਰਸੰਗ ਵਿਆਖਿਆ ਜੋ 5-5 ਅੰਕਾਂ ਦੀਆਂ ਹੋਣਗੀਆਂ। ਇੱਕ ਇਕੱਲੀ ਵਿਆਖਿਆ ਜਿਹਦੇ ਵਿੱਚ 2 ਆਪਸ਼ਨ ਦਿੱਤੀਆਂ ਹੋਣਗੀਆਂ ਔਰ ਉਹਨਾਂ 'ਚ ਇੱਕ ਕਰਨੀ ਹੋਵੇਗੀ, ਉਹ 4 ਅੰਕਾਂ ਦੀ ਹੋਵੇਗੀ। ਇਸ ਪ੍ਰਕਾਰ 14 ਅੰਕ, 4 ਅੰਕ ਦਾ ਕੇਂਦਰੀ ਭਾਵ ਅਤੇ 2 ਅੰਕਾਂ ਦੇ ਛੋਟੇ 1 ਅੰਕ ਸਤਰ ਵਿੱਚ ਉੱਤਰ ਦੇਣ ਵਾਲੇ ਪ੍ਰਸ਼ਨ। ਸੋ ਵੀਡੀਓ ਨੂੰ ਸੁਣਨ ਦੇ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।